Subscribe to our YouTube channel. Press the bell icon to get the latest updates. ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਔਰ ਕਾਫੀ ਦਿਨਾਂ ਤੋਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਕਾਫੀ ਵਿਅਸਤ ਸਾਂ। ਇਹਦੇ ਵਿੱਚ ਪਹਿਲਾਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਮਿਲੀ, ਬੜੀ ਵੱਡੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਨੇ ਦਿੱਤੀ ਔਰ ਉਸ ਤੋਂ ਬਾਅਦ ਲੋਕਾਂ ਨੂੰ ਕਈਆਂ ਨੂੰ ਮਿਲਣਾ ਸੀਗਾ ਐਂਡ ਬੈਕ ਟੂ ਬੈਕ ਕਾਰਿਕ੍ਰਮ ਰਹੇ, ਪ੍ਰੋਗਰਾਮ ਰਹੇ। ਸੋ ਇਸ ਕਰਕੇ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕੀ। ਕੋਸ਼ਿਸ਼ ਕਰਾਂਗਾ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਜਿਸ ਤਰ੍ਹਾਂ ਪਹਿਲਾਂ ਆਪਣਾ ਵਾਰਤਾਲਾਪ ਹੁੰਦੀ ਰਹਿੰਦੀ ਸੀ, ਗੱਲਬਾਤ ਕਰਦੇ ਰਹੀਏ। ਸੋ ਮੈਂ ਅੱਜ ਹੀ ਵਾਪਸ ਆਇਆ ਚਿੰਤਨ ਸ਼ਿਵਰ ਤੋਂ, ਜਿਹੜਾ ਕਿ ਉਦੈਪੁਰ ਕਾਂਗਰਸ ਪਾਰਟੀ ਨੇ 3 ਦਿਨ ਦਾ ਚਿੰਤਨ ਸ਼ਿਵਰ ਕੀਤਾ ਹੈ, ਜਿੱਥੇ ਤੁਹਾਡੇ ਭਰਾ ਨੂੰ ਯੂਥ ਇੰਪਾਵਰਮੈਂਟ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਔਰ ਇਸ ਤਰ੍ਹਾਂ ਦੀਆਂ 6 ਕਮੇਟੀਜ਼ श्रीमती सोनिया गांधी ने, राहुल गांधी जी ने बनाई एंड प्योरली ये काम करना सीगा, चिंता जाहिर करनी सी कि किस तरह असी यूथ इंपावरमेंट के उत्ते की काम लोग की चाहते हैं, देश का नौजवान की चाहता है। सेम इट विद फार्मर जिहड़ा सीगी कमेटी सीगी, उन्होंने फार्मर इशूज़ की गल की, इकोनॉमिक ਦੀ ਗੱਲ ਕੀਤੀ, ਸੋਸ਼ਲ ਜਸਟਿਸ ਇੱਕ ਕਮੇਟੀ ਸੀਗੀ, ਅਲੱਗ-ਅਲੱਗ ਕਮੇਟੀਜ਼ ਨੇ ਜਿਹਦੇ ਵਿੱਚ ਤਕਰੀਬਨ ਪੂਰੇ ਦੇਸ਼ ਤੋਂ 430 ਲੋਕਾਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਔਰ 80 ਦੇ ਲਗਭਗ ਨੌਜਵਾਨ ਦੇਸ਼ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਐਂਡ MLAs, MLCs, ਯੂਥ ਕਾਂਗਰਸ ਦੇ ਲੋਕ, ਡਿਸਟ੍ਰਿਕਟ ਪ੍ਰੈਜ਼ੀਡੈਂਟਸ, महिलावां एंड लोकल बॉडीज चुने हुए लोग, ये सारे लोगों ने पार्टिसिपेट किया। अलग अलग स्टेट्स तो आए हुए सी। 2 दिन कंप्लीट चर्चा तो बाद जो भी गल्लां निकल के आईयां वो असी लोगों ने आदरणीय राष्ट्रीय कांग्रेस की अध्यक्षा श्रीमती सोनिया गांधी जी नूं असी रिपोर्ट पेश की। उस तो बाद उस रिपोर्ट पेश करने तो बाद CWC पूरे ते चर्चा हुई तो फिर लास्ट जिवें कि तुसीं सुनिया श्रीमती सोनिया गांधी जी उदयपुर डिक्लेरेशन के रूप दे विच हो रही अनाउंसमेंट हुई और मैं जरूरी समझा कि यूथ इंपावरमेंट ते असीं की गल्लां कीतियां उहदे बारे तुहाडे नाल चर्चा करां। एक तो बहुत वड्डा फैसला होया कि बिलो द एज ऑफ 50 मतलब कि 50 साल तो थले दे लोगों संगठन दे विच अप टू टॉप टू बॉटम CWC, CEC, AICC प्रदेश एंड डिस्ट्रिक्ट हुण नौजवानों नूं भागीदारी मिलूगी, जिम्मेदारी मिलूगी और असी कोशिश करांगे इनू हुणे ही लागू करन दी पंजाब दे अंदर कि 50 अंडर 50% तो कोशिश करांगे वध, लेकिन 50% तो असी ये नियम बनाया। सेम यही नियम टिकट्स दे विच, चाहे वो पार्लीमेंट की टिकट है, आइदर इट्स MLA, आइदर इट्स MLC ते जां राज्य सभा, इहदे विच भी ये फैसला हो गया है कि 50% तो निचले लोगों को असी लोग इन्हां टिकट्स ना, क्योंकि पहला टिकट्स मिल जांदियां सी लेकिन राज्य सभा और MLC ये लैणियां औखियां होंदियां सी और CWC इन्हां कमेटियां दे विच नौजवान घट हैगे ने, CEC, AICC। सो ये भी मेरा ख्याल प्रस्ताव जिहड़ा हैगा वो पास कर दिता गया है। ईवन इहदे नाल नाल की है कि आने वाले समय दे विच
ਇਹਦੇ ਤੇ ਬਹੁਤ ਚਰਚਾ ਹੋਈ ਕਿ ਉਮਰ ਨਿਰਧਾਰਿਤ ਕਰ ਦਿੱਤੀ ਜਾਵੇ ਕਿ ਏਜ ਲਿਮਿਟ ਹੋਵੇ, ਕਿਉਂਕਿ ਸਾਰੇ तमाम ਨੌਜਵਾਨਾਂ ਨੇ ਆਖਿਆ ਕਿ ਕੋਈ ਨਾ ਕੋਈ ਏਜ ਹੋਣੀ ਚਾਹੀਦੀ ਹੈ ਇਲੈਕਟਰਲ ਪੋਲਿਟਿਕਸ ਦੇ ਵਿੱਚ। ਰਿਟਾਇਰਮੈਂਟ ਏਜ ਦੀ ਗੱਲ ਕੀਤੀ ਨੌਜਵਾਨਾਂ ਨੇ, ਲੇਕਿਨ ਉਹ ਸਭ ਨੇ, ਮੈਂ ਸ਼੍ਰੀਮਤੀ ਸੋਨੀਆ ਗਾਂਧੀ ਦੇ ਇਹ ਰੱਖੀ ਗੱਲ ਔਰ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਬਿਲਕੁਲ ਰਿਟਾਇਰਮੈਂਟ ਏਜ ਹੋਣੀ ਚਾਹੀਦੀ। ਬਟ ਏਜ ਕੀ ਹੋਵੇ ਇਹਦੇ ਤੇ ਨਿਰਣਾ ਅਸੀਂ ਲੋਕਾਂ ਨੇ ਸੁਝਾਅ ਦਿੱਤਾ 65 ਤੇ ਇਹ ਨਿਰਣਾ ਹੋਇਆ ਕਿ ਅੰਡਰ 70 ਜਿਹੜਾ ਹੈਗਾ ਉਹ ਇਲੈਕਟਰਲ ਪੋਲਿਟਿਕਸ ਤੋਂ ਤੁਸੀਂ, ਉਸ ਤੋਂ ਬਾਅਦ ਜਿਹੜੇ ਸੀਨੀਅਰ ਲੋਕ ਨੇ ਸਾਡੇ ਉਹਨਾਂ ਨੂੰ ਅਸੀਂ ਐਜ਼ ਏ ਮੈਂਟਰ, ਐਜ਼ ਏ ਗਾਈਡ, ਸਾਨੂੰ ਅਸ਼ੀਰਵਾਦ ਦੇਣ ਵਾਸਤੇ ਐਡਵਾਈਜ਼ਰਸ ਇਲੈਕਟਰਲ ਜਿਹਦੇ ਵਿੱਚ ਸੰਗਠਨ ਦੇ ਵਿੱਚ ਉਹ ਰਹਿਣ, ਨਾ ਕਿ ਇਲੈਕਟਰਲ ਪੋਲਿਟਿਕਸ ਉਹਦਾ ਹਿੱਸਾ ਨਾ ਰਹੇ। ਇਹ ਵੀ ਸਭ ਦੀ ਸਹਿਮਤੀ ਲੋਕਾਂ ਨੇ ਜਤਾਈ। ਈਵਨ ਇਨ ਗਵਰਨਮੈਂਟ ਜਿਹੜੀਆਂ ਵੀ ਜਿੱਥੇ ਵੀ ਬਣ ਗਈਆਂ ਸਰਕਾਰਾਂ, ਜਦੋਂ ਮਿਨਿਸਟਰ ਬਣਨਾ ਹੁੰਦਾ ਤੇ ਉਦੋਂ ਨੌਜਵਾਨ ਨੂੰ ਜਗ੍ਹਾ ਨਹੀਂ ਦਿੱਤੀ ਜਾਂਦੀ, ਉਦੋਂ ਕਿਹਾ ਜਾਂਦਾ ਕਿ ਨਹੀਂ ਇਹ ਅਨਐਕਸਪੀਰੀਅੰਸ ਹੈ, ਇਹ ਪਹਿਲੀ ਵਾਰੀ ਜਿੱਤਿਆ ਜਾਂ ਦੂਜੀ ਵਾਰੀ ਜਿੱਤਿਆ ਹੈ। ਸੋ ਇਹ ਵੀ ਸਰਬਸੰਮਤੀ ਨਾਲ ਪਾਰਿਤ ਹੋ ਗਿਆ ਕਿ ਜਿੰਨੀਆਂ ਸਰਕਾਰਾਂ ਬਣ ਗਈਆਂ ਔਰ ਜਿੱਥੇ ਵੀ ਸਰਕਾਰ ਬਣੀ ਉੱਥੇ 50% ਨੁਮਾਇੰਦਗੀ 50 ਸਾਲ ਤੋਂ ਥੱਲੇ ਦੇ ਲੋਕਾਂ ਨੂੰ ਦਿੱਤੀ ਜਾਏਗੀ। ਈਵਨ ਬੋਰਡਸ ਜਿਵੇਂ ਮੇਅਰਸ, ਚੇਅਰਮੈਨ ਵਗੈਰਾ ਬਣਦੇ ਉਹਦੇ ਦੇ ਵਿੱਚ, ਉਸ ਵਿੱਚ ਵੀ। ਸੋ ਮੈਨੂੰ ਲੱਗਦਾ ਇਹ ਚੰਗੇ ਕਦਮ ਸੀ। ਸੋ ਇੰਪਲੋਇਮੈਂਟ ਇਸ਼ੂਜ਼ ਤੇ ਦੋਵਾਂ ਲੋਕਾਂ ਦਾ ਕਾਫੀ ਵੱਡਾ, ਬੇਰੋਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਹੈ, ਜਿਸ ਦੇ ਉੱਤੇ ਗੱਲ ਕੀਤੀ ਕਿ ਸਾਨੂੰ ਪਹਿਲਾਂ ਤਾਂ ਜਿੱਥੇ ਜਿੱਥੇ ਸਾਡੀਆਂ ਸਰਕਾਰ ਹੈ ਲਾਈਕ ਰਾਜਸਥਾਨ ਐਂਡ ਛੱਤੀਸਗੜ੍ਹ, ਇਹਦੇ ਵਿੱਚ ਜਿੰਨੀਆਂ ਵੀ ਖਾਲੀ ਵੇਕੈਂਟ ਪੋਸਟ ਪਈਆਂ ਉਹਨਾਂ ਨੂੰ ਅਸੀਂ ਭਰਾਈਏ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ। ਮਾਡਲ ਐਸਾ ਤਿਆਰ ਕਰੀਏ ਨਾ ਇਹ ਸਟੇਟਸ ਦਾ ਜਿਹਨੂੰ ਲੈ ਕੇ ਅਸੀਂ ਦੇਸ਼ ਭਰ ਦੇ ਵਿੱਚ ਜਾ ਸਕੀਏ, ਤਾਂ ਜੋ ਕਿ ਅਸੀਂ ਅਨਇੰਪਲੋਇਮੈਂਟ ਦਾ ਜਿਹੜਾ ਮਾਡਲ ਅਸੀਂ ਦੇ ਰਹੇ ਹਾਂ ਅਸੀਂ ਇਹ ਕਰਕੇ ਦਿਖਾਇਆ। ਕਿਉਂਕਿ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਇਹ ਕਿਹਾ ਕਿ ਅਸੀਂ ਨੌਕਰੀ ਦੇਵਾਂਗੇ, 2 ਕਰੋੜ ਨੌਕਰੀਆਂ ਦੀ ਗੱਲ ਕੀਤੀ, ਲੇਕਿਨ ਕਿਸੇ ਨੇ ਨੌਕਰੀ ਦਿੱਤੀ ਨਹੀਂ। ਅੱਜ ਦੇਸ਼ ਦੇ ਨੌਜਵਾਨਾਂ ਦੇ ਅੱਗੇ ਸਭ ਤੋਂ ਵੱਡੀ ਦੇਸ਼ ਦੇ ਅੱਗੇ ਚਿੰਤਾ ਦੀ ਗੱਲ ਜਿਹੜੀ ਹੈਗੀ ਆ ਉਹ ਬੇਰੋਜ਼ਗਾਰੀ ਹੈ। ਸੋ ਇਹਨੂੰ ਕਿਵੇਂ ਐਡਰੈਸ ਕੀਤਾ ਜਾਵੇ, ਸੋ ਇਹਦੇ ਤੇ ਵੀ ਚਰਚਾ ਰਹੀ ਕਿ ਪਹਿਲਾਂ ਸਾਡੀਆਂ ਸਰਕਾਰਾਂ ਕੁਝ ਐਸਾ ਕਰਕੇ ਦਿਖਾਉਣ ਤਾਂ ਜੋ ਅਸੀਂ ਲੋਕਾਂ ਦੇ ਕੋਲ ਇੱਕ ਨਵਾਂ ਮਾਡਲ ਲੈ ਕੇ ਜਾ ਸਕੀਏ। ਯਾਤਰਾ ਦੀ ਗੱਲ ਹੋਈ ਹੈ ਕਿ ਪੂਰੇ ਦੇਸ਼ ਦੇ ਅੰਦਰ ਇੱਕ ਯਾਤਰਾ ਦੇ ਰੂਪ ਦੇ ਵਿੱਚ ਅਸੀਂ ਇੱਕ ਯਾਤਰਾ ਕਰੀਏ, ਜਿੱਥੇ ਜਿੱਥੇ ਵੱਖ-ਵੱਖ ਪ੍ਰਦੇਸ਼ਾਂ ਦੇ ਵੱਖ-ਵੱਖ ਲੋਕਾਂ ਦੇ ਜਿਹੜੇ ਮੁੱਦੇ ਹਨ, ਗੱਲਾਂ ਹੈ ਉਹਨਾਂ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਅਸੀਂ 2 ਅਕਤੂਬਰ ਨੂੰ ਗਾਂਧੀ ਜਯੰਤੀ ਜੀ ਤੇ ਅਸੀਂ ਉਹ ਯਾਤਰਾ ਕਰਾਂਗੇ। ਇਹ तमाम ਗੱਲਾਂ ਹੋਈਆਂ। ਨਾਲ ਵੱਖ-ਵੱਖ ਫੀਲਡ ਦੇ ਲੋਕ ਜਿਹੜੇ ਨੌਜਵਾਨ ਸਾਥੀ ਨੇ, ਕੋਈ ਸਿੰਗਰ ਨੇ, ਕੋਈ ਸਪੋਰਟਸਮੈਨ ਨੇ, ਇਹੋ ਜਿਹੇ ਲੋਕਾਂ ਨੂੰ ਵੀ ਅਸੀਂ ਆਪਦੇ ਨਾਲ ਕੋਈ ਹੋਰ ਕਿਸੇ ਆਪਦੇ ਕਿੱਤੇ 'ਚ ਹੈ, ਜ਼ਰੂਰੀ ਨਹੀਂ ਕਿ ਇਕੱਲੇ ਜਿਹੜੇ ਕਾਂਗਰਸ ਜਾਂ ਯੂਥ ਕਾਂਗਰਸ ਕੰਮ ਕਰਦੇ ਉਹਨਾਂ ਨੂੰ, ਦੂਸਰੇ ਲੋਕਾਂ ਨੂੰ ਵੀ ਆਪਦੇ ਨਾਲ ਜੋੜਨ ਦਾ ਉਪਰਾਲਾ, ਉਹਨਾਂ ਨੂੰ ਵੀ ਅਸੀਂ ਕਿਤੇ ਜ਼ਿੰਮੇਦਾਰੀ, ਇਲੈਕਸ਼ਨ, ਕਿਤੇ ਸੰਗਠਨ ਦੇ ਵਿੱਚ ਕੰਮ, ਇਹਨਾਂ ਲੋਕਾਂ ਨੂੰ ਆਪਦੇ ਨਾਲ ਜੋੜਨ ਦਾ ਕੰਮ ਕਰੀਏ। ਇਹ ਵੀ ਚਰਚਾ ਰਹੀ, ਇਹ ਵੀ ਪ੍ਰਸਤਾਵ ਪਾਸ ਹੋਇਆ ਕਿ ਉਹਨਾਂ ਦੀ ਵੀ ਅਹਿਮ, ਕਿਉਂਕਿ ਜਿਨ੍ਹਾਂ ਲੋਕਾਂ ਨੇ ਦੇਸ਼ ਵਾਸਤੇ, ਜਿਨ੍ਹਾਂ ਲੋਕਾਂ ਨੇ ਪ੍ਰਦੇਸ਼ ਵਾਸਤੇ ਕੋਈ ਵੱਖਰੇ ਕੰਮ ਕੀਤੇ ਹੈ ਜਾਂ ਆਪਦੇ ਪ੍ਰਦੇਸ਼ ਦਾ, ਆਪਦੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਉਹਨਾਂ ਨੂੰ ਲੋਕਾਂ ਨੂੰ ਵੀ ਨਾਲ ਲਈਏ। ਸੋ ਇਹ तमाम ਚਰਚਾਵਾਂ ਰਹੀਆਂ, ਚਿੰਤਨ ਜਿਹੜਾ ਸ਼ਿਵਰ ਹੋਇਆ ਔਰ ਫਿਰ ਐਕਸ਼ਨ ਪਲਾਨ ਉਹਨਾਂ ਨੇ ਕਿਹਾ ਕਿ ਹੁਣ ਇਸ ਤੋਂ ਬਾਅਦ ਜਲਦੀ ਇੱਕ ਇੰਪਲੀਮੈਂਟੇਸ਼ਨ ਕਮੇਟੀ ਬਣੇਗੀ, ਐਕਸ਼ਨ ਪਲਾਨ ਬਣੇਗਾ ਕਿ ਕਿਦੋਂ ਕੀ ਕਰਨਾ ਹੈ। ਸੋ ਮੈਨੂੰ ਲੱਗਦਾ ਕਿ ਜਿਹੜੀ ਚਿੰਤਾ ਜ਼ਾਹਿਰ ਕੀਤੀ ਕਾਂਗਰਸ ਪਾਰਟੀ ਦੇ तमाम ਸੀਨੀਅਰ ਲੀਡਰ ਸਾਹਿਬਾਨਾਂ ਨੇ, ਲੱਗਦਾ ਸੀਗਾ ਕਿ ਇਸ ਹੁਣ ਚਿੰਤਾ ਸ਼ਿਵਰ ਦੇ ਵਿੱਚੋਂ
ਕੁਝ ਨਿਕਲੇਗਾ ਔਰ ਅਸੀਂ ਦੇਸ਼ ਦੇ ਲੋਕਾਂ ਦੀ ਲੜਾਈ, ਨੌਜਵਾਨਾਂ ਦੀ ਲੜਾਈ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਲੜੇਗੀ। ਔਰ ਸੰਗਠਨ ਦੇ ਵਿੱਚ ਵੀ ਕਈ ਸੁਝਾਅ ਆਏ, ਬਹੁਤ ਸੁਝਾਅ ਆਏ। 1 ਫੈਮਿਲੀ 1 ਟਿਕਟ, ਇਹ ਵੀ ਇੱਕ ਬਹੁਤ ਵੱਡਾ ਜਿਹੜਾ ਸੁਝਾਅ ਸੀਗਾ ਜਿਨ੍ਹਾਂ ਨੇ ਸਾਰਿਆਂ ਨੇ ਸਰਬਸੰਮਤੀ ਨਾਲ ਪਾਰਿਤ ਕੀਤਾ। ਜਿਹੜਾ ਵੀ ਵਿਅਕਤੀ ਕਿਸੇ ਦਾ ਰਿਸ਼ਤੇਦਾਰ ਹੋਏਗਾ ਉਹਨੂੰ ਐਕਟਿਵਲੀ ਪਹਿਲਾਂ 5 ਸਾਲ ਕਰ ਸਕਦਾ ਹੈ। ਕੋਈ ਕਿਸੇ ਦਾ ਰਿਸ਼ਤੇਦਾਰ ਹੈ, ਉਹ ਟਿਕਟ ਉਹਨੂੰ ਦੇ ਸਕਦੇ, ਲੇਕਿਨ ਉਹਨੂੰ 5 ਸਾਲ ਪਹਿਲਾਂ ਪਾਰਟੀ ਦੇ ਵਿੱਚ ਐਕਟਿਵਲੀ ਕੰਮ ਕਰਨਾ ਪਏਗਾ। ਤਦ ਹੀ ਪਾਰਟੀ ਉਹਨੂੰ ਕਿਤੇ ਨਾ ਕਿਤੇ ਉਹਨੂੰ ਜ਼ਿੰਮੇਵਾਰੀ ਦੇ ਪਾਊਗੀ, ਉਹਨੂੰ ਚੁਣਾਵ ਲੜਾ ਪਾਏਗੀ। ਸੋ ਇਹ तमाम ਸਾਰੀਆਂ ਗੱਲਾਂ ਰਹੀਆਂ, ਪਰ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕ ਇਹਨਾਂ तमाम ਗੱਲਾਂ ਦੀ ਮੋਹਰੀ ਬਣ ਕੇ ਅਸੀਂ ਲੜਾਈ ਲੜਾਂਗੇ, ਰਾਖੀ ਕਰਾਂਗੇ। ਔਰ ਮੇਰੇ ਮਨ 'ਚ ਵੀ ਹੈ ਕਿ ਸ਼ਾਇਦ ਇਹਦੇ ਬਾਰੇ ਵਿਚਾਰ ਕਰ ਰਹੇ ਹਾਂ, ਸੋਚ ਰਹੇ ਹਾਂ ਕਿ ਪੰਜਾਬ ਵਿੱਚ ਵੀ ਅਸੀਂ ਇਸੇ ਤਰ੍ਹਾਂ ਇੱਕ ਪ੍ਰੋਗਰਾਮ ਉਲੀਕੀਏ ਆਉਣ ਵਾਲੇ ਸਮੇਂ ਦੇ ਵਿੱਚ, ਜਿੱਥੇ ਅੱਡ-ਅੱਡ ਲੋਕਾਂ ਨੂੰ ਸੱਦ ਕੇ ਉਹਨਾਂ ਤੋਂ ਪੁੱਛਿਆ ਜਾਵੇ। ਕਿਉਂਕਿ ਜਿੰਨਾ ਚਿਰ ਲੋਕਾਂ ਨੂੰ ਨਹੀਂ ਪੁੱਛਾਂਗੇ ਜਾਂ ਜਨਤਾ ਦੇ ਨਾਲ ਸਿੱਧਾ ਵਾਰਤਾਲਾਪ ਨਹੀਂ ਹੋਏਗਾ, ਤਾਂ ਮੈਨੂੰ ਲੱਗਦਾ ਕਿ ਜਿਹੜੀ ਸਹੀ ਗੱਲ ਆ ਉਹ ਨਿਕਲ ਕੇ ਨਹੀਂ ਆਉਂਦੀ, ਜਿਹੜੇ ਲੋਕ ਚਾਹੁੰਦੇ ਨੇ। ਸੋ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਉਮੀਦਾਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਲੋਕ ਖਰਾ ਉਤਰਾਂਗੇ। ਸੋ ਇਸੇ ਤਰ੍ਹਾਂ ਮਿਲਦੇ ਰਿਹਾ ਕਰਾਂਗੇ, ਤੁਹਾਡੇ ਨਾਲ ਗੱਲਬਾਤ ਕਰਦੇ ਰਿਹਾ ਕਰਾਂਗੇ। ਔਰ ਅੱਜ ਦਾ ਵਿਸ਼ਾ ਇਹੀ ਸੀਗਾ ਕਿ ਮੈਂ 3-4 ਦਿਨਾਂ ਤੋਂ ਨਹੀਂ ਸੀਗਾ ਔਰ ਲੋਕਾਂ ਦੇ ਮਨ ਵਿੱਚ ਸੀ ਕਿ ਕਾਂਗਰਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਜਿਹੜਾ ਬਣਿਆ ਹੈ, ਉਹ ਸਾਨੂੰ ਸ਼ਾਇਦ ਲੋਕ ਸੋਚ ਰਹੇ ਹੋਣਗੇ ਸਾਨੂੰ ਦੱਸੇ ਕਿ ਚਿੰਤਨ ਸ਼ਿਵਰ ਦੇ ਵਿੱਚ ਕੀ ਹੋਇਆ। ਸੋ ਬਹੁਤ ਚੰਗਾ ਐਕਸਪੀਰੀਅੰਸ ਸੀਗਾ ਐਂਡ ਬਹੁਤ ਜਿਹੜੀਆਂ ਗੱਲਾਂ ਉੱਥੋਂ ਜਿਹੜੀਆਂ ਸਿੱਖੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਾਂ ਪ੍ਰਸਤਾਵ ਪਾਸ ਹੋਏ ਜਿਹੜੀਆਂ, ਸੋ ਉਹਨਾਂ ਨੂੰ ਅਸੀਂ ਪੰਜਾਬ ਵਿੱਚ ਲਾਗੂ ਕਰਾਂਗੇ। ਤੇ ਉਮੀਦ ਕਰਦਾ ਕਿ ਤੁਸੀਂ ਸਾਨੂੰ ਹਮੇਸ਼ਾ ਹੌਸਲਾ, ਆਸ਼ੀਰਵਾਦ ਤੇ ਪਿਆਰ ਜਿਵੇਂ ਹਮੇਸ਼ਾ ਮੈਨੂੰ ਦਿੱਤਾ ਹੈ ਤੁਸੀਂ ਲੋਕਾਂ ਨੇ, ਐਂਡ ਮੇਰੇ ਵਰਗੇ ਬੰਦੇ ਵਾਸਤੇ ਤੀਜੀ ਵਾਰੀ ਤੁਸੀਂ ਮੈਨੂੰ ਲੋਕਾਂ ਨੇ ਜਿਤਾਇਆ ਲਗਾਤਾਰ। ਔਰ ਸਭ ਤੋਂ ਛੋਟੀ ਉਮਰ ਦਾ ਤੁਹਾਡੇ ਭਰਾ ਨੂੰ ਤੁਹਾਡੀ ਕਿਰਪਾ ਦੇ ਨਾਲ ਪੰਜਾਬ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ। ਸੋ ਮੈਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ, ਤੁਹਾਡੀ ਗਾਈਡੈਂਸ ਦੀ ਲੋੜ ਹੈ ਐਂਡ ਉਹ ਬਣਾਈ ਰੱਖਿਓ, ਹਮੇਸ਼ਾ ਤੁਸੀਂ ਬਣਾ ਕੇ ਰੱਖੀ। ਔਰ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਹੈ, ਬਿਲਕੁਲ ਇੱਧਰ ਉੱਧਰ ਧਿਆਨ ਲਾਉਣ ਦੀ ਲੋੜ ਨਹੀਂ ਹੈ। ਬੜੇ ਲੋਕ ਤੁਹਾਨੂੰ ਜਦੋਂ ਤੁਸੀਂ ਆਪਦੇ ਮੁਕਾਮ ਤੱਕ ਪਹੁੰਚਣਾ ਹੁੰਦਾ ਉਹਨੂੰ ਰਾਸਤੇ 'ਚ ਰੋਕਣ ਨੂੰ ਬਹੁਤ ਹਨੇਰੀਆਂ ਵਗਦੀਆਂ, ਬੜੇ ਤੂਫਾਨ ਆਉਂਦੇ ਹੈ। ਲੇਕਿਨ ਅਗਰ ਤੁਹਾਡਾ ਨਿਸ਼ਾਨਾ ਠੀਕ ਹੈ ਤੇ ਤੁਸੀਂ ਆਪਦਾ ਨਿਸ਼ਾਨਾ ਦੇਖ ਕੇ ਆਪਦੇ ਨਿਸ਼ਾਨੇ ਵੱਲ ਵਧਦੇ ਰਹੋ ਤੇ ਪਰਮਾਤਮਾ ਤੁਹਾਡੀ ਮਦਦ ਕਰਦਾ। ਸੋ ਉਮੀਦ ਕਰਦਾ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਮੈਨੂੰ ਆਪਦਾ ਪਿਆਰ ਦਿੰਦੇ ਰਹੋਗੇ ਔਰ ਮੈਂ ਤੁਹਾਡੇ ਨਾਲ ਆਪਦਾ ਗੱਲਬਾਤ ਦਾ ਜਿਹੜਾ ਕਮਿਊਨੀਕੇਸ਼ਨ ਹੈ, ਆਪਣੀ ਵਾਰਤਾਲਾਪ ਹੈ, ਉਹ ਇਸੇ ਫੇਸਬੁੱਕ ਦੇ ਰਾਹੀਂ ਆਪਾਂ ਕਰਦੇ ਰਿਹਾ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ।